ਵਾਹਿਗੁਰੂ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਆਓ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸਿਰ ਨਿਵਾ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੂੰ ਧੰਨ ਧੰਨ ਕਹਿਣਾ ਬਹੁਤ ਹੀ ਫਾਇਦੇ ਵਾਲੀ ਗੱਲ ਹੈ। ਹਰ ਬੰਦਾ ਚਾਹੁੰਦਾ ਹੈ ਮੇਰੀ ਇੱਜ਼ਤ ਬਣੇ ਪਰਦਾ ਕੱਜਿਆ ਰਵੇ। ਗੁਰੂ ਰਾਮਦਾਸ ਸਾਹਿਬ ਜੀ ਨੇ ਬਹੁਤ ਸੌਖਾ ਕਾਰਜ ਦੱਸਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਪ੍ਰੇਮ ਨਾਲ ਗੁਰੂ ਨੂੰ ਧੰਨ ਧੰਨ ਆਖਿਆ ਕਰੋ ਤੁਹਾਡੇ ਪਰਦੇ ਕੱਜੇ ਰਹਿਣਗੇ। ਸਭ ਧੰਨ ਕਹੋ ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੀ ਗੁਰਬਾਣੀ ਜੀ ਦਾ ਕੀਰਤਨ ਸੁਣ ਰਹੀ ਗੁਰੂ ਰੂਪ ਸੰਗਤ ਜੀ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਲੜੀਵਾਰ ਪ੍ਰਸੰਗ ਇੱਕ ਆਰੰਭ ਕੀਤਾ ਸੀ ਮਹਾਂਪੁਰਖਾਂ ਦੇ ਹੁਕਮ ਨਾਲ। ਉਸ ਨੂੰ ਅੱਜ ਅੱਗੇ ਤੋਰਨਾ ਹੈ। ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸਾਂਗਾ ਕਿਉਂਕਿ ਆਵਾਜ਼ ਕੱਲ੍ਹ ਜਿਹੜੀ ਸੀਗੀ ਉਹ ਕਈ ਸੰਗਤਾਂ ਤੱਕ ਨਹੀਂ ਸੀ ਪਹੁੰਚੀ। ਸੋ ਹੁਣ ਆਪਾਂ ਅੱਜ ਥੋੜ੍ਹਾ ਜਿਹਾ ਵਿਸਥਾਰ ਨਾਲ ਸੁਣ ਲਈਏ। ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ। ਪਹਿਲਾਂ ਮਨ ਇਕਾਗਰ ਕਰਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੂੰ ਗੁਰੂ ਸਾਹਿਬ ਜੀ ਦੇ ਰਿਸ਼ਤੇਦਾਰੀ ਵਿੱਚ ਲੱਗਣ ਵਾਲੇ ਸਾਂਢੂ ਭਾਈ ਸਾਈਂ ਦਾਸ ਜੀ ਬਹੁਤ ਜ਼ਿਆਦਾ ਪ੍ਰੇਮ ਕਰਦੇ ਹੈ ਬਹੁਤ ਜ਼ਿਆਦਾ ਪ੍ਰੇਮ ਕਰਦੇ ਹੈ। ਡਰੌਲੀ ਨਗਰ ਵਿੱਚ ਉਹਨਾਂ ਨੇ ਆਪਣਾ ਘਰ ਬਣਾਇਆ ਜੀ। ਘਰ ਬਹੁਤ ਸੋਹਣਾ ਬਣਿਆ ਜੀ ਤੇ ਸੋਹਣੀ ਵਸਤੂ ਨੂੰ ਵੇਖ ਕੇ ਉਹਦਾ ਚੇਤਾ ਆਉਂਦਾ ਜਿਹਦੇ ਨਾਲ ਬੰਦੇ ਨੂੰ ਸਭ ਤੋਂ ਵੱਧ ਪਿਆਰ ਹੋਵੇ ਜੀ। ਜਿਹਨੂੰ ਆਪਣੇ ਨਾਲ ਹੀ ਪਿਆਰ ਹੈ
ਸੋਹਣੀ ਵਸਤੂ ਵੇਖ ਕੇ ਉਹਨੂੰ ਆਪਣਾ ਹੀ ਚੇਤਾ ਆਏਗਾ ਜੀ। ਜੇ ਕਿਸੇ ਵਿਅਕਤੀ ਨਾਲ ਪ੍ਰੇਮ ਹੈ, ਕੋਈ ਸੁੰਦਰ ਵਸਤੂ ਵੇਖੇ ਉਹਨੂੰ ਉਸ ਵਿਅਕਤੀ ਦਾ ਚੇਤਾ ਆਏਗਾ ਵੀ ਇਹ ਉਹਦੇ ਕੋਲ ਹੋਣੀ ਚਾਹੀਦੀ ਹੈ। ਸਾਈਂ ਦਾਸ ਜੀ ਦਾ ਪਿਆਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਹੈ ਜੀ। ਉਹਨਾਂ ਦੇ ਮਨ ਵਿੱਚ ਫੁਰਨਾ ਬਣਿਆ ਵੀ ਇੰਨਾ ਸੋਹਣਾ ਘਰ ਸਾਡੇ ਯੋਗ ਨਹੀਂ ਹੈਗਾ, ਇਸ ਘਰ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਹੀ ਆ ਕੇ ਸੱਜਣ। ਬੀਬੀ ਰਾਮੋ ਜੀ ਆਪਣੇ ਪਤੀ ਜੀ ਦੀ ਇੱਛਾ ਜਾਣ ਕੇ ਬੜੇ ਖੁਸ਼ ਹੋਏ ਜੀ। ਉਹ ਕਹਿੰਦੇ ਮਹਾਰਾਜ 2 ਸਿੱਖਾਂ ਨੂੰ ਭੇਜ ਦਈਏ, ਸੇਵਕਾਂ ਨੂੰ ਭੇਜੀਏ ਤੇ ਮਹਾਰਾਜ ਜੀ ਨੂੰ ਸੱਦ ਲਈਏ। ਪਿਆਰ ਵਾਲਿਆਂ ਦੀਆਂ ਗੱਲਾਂ ਨਿਰਾਲੀਆਂ ਹੁੰਦੀਆਂ ਨੇ। ਸਾਈਂ ਦਾਸ ਜੀ ਕਹਿੰਦੇ ਰਾਮੋ ਸਿੱਖ ਸੇਵਕ ਭੇਜ ਕੇ ਸੱਦਿਆ ਤੇ ਕੀ ਸੱਦਿਆ ਕਹਿਣ ਲੱਗੇ, ਉਂਝ ਹੀ ਬਾਹਰ ਬਹਿਣਾ, ਮਹਾਰਾਜ ਆਪੇ ਹੀ ਆਉਣਗੇ ਸੱਚੇ ਪਾਤਸ਼ਾਹ। ਫਿਰ ਕੁਝ ਦਿਨਾਂ ਬਾਅਦ ਕਹਿਣ ਲੱਗੇ ਮਹਾਰਾਜ ਚਿੱਠੀ ਲਿਖ ਲਈਏ ਸਾਈਂ ਦਾਸ ਜੀ ਨੂੰ। ਬੀਬੀ ਰਾਮੋ ਜੀ ਕਹਿੰਦੇ ਸਤਿਗੁਰੂ ਜੀ ਨੂੰ ਚਿੱਠੀ ਲਿਖ ਲਈਏ। ਤੇ ਸਾਈਂ ਦਾਸ ਜੀ ਦਾ ਭਰੋਸਾ ਬੜਾ, ਉਹ ਕਹਿੰਦੇ ਚਿੱਠੀ ਲਿਖ ਕੇ ਵੀ ਬੁਲਾਇਆ ਤੇ ਕੀ ਬੁਲਾਇਆ ਕਹਿਣ ਲੱਗੇ। ਮਹਾਰਾਜ ਅੰਤਰਜਾਮੀ ਨੇ, ਮੇਰੇ ਮਨ ਦੀ ਗੱਲ ਸੱਚੇ ਪਾਤਸ਼ਾਹ ਨੇ ਆਪੇ ਹੀ ਜਾਣ ਲੈਣੀ ਹੈ। ਬੜੀ ਵੱਡੀ ਗੱਲ, ਇਸ ਗੱਲ ਤੇ ਭਰੋਸਾ ਰੱਖਣਾ ਜੀ। ਮਹਾਰਾਜ ਆਪੇ ਹੀ ਆਉਣਗੇ ਸੱਚੇ ਪਾਤਸ਼ਾਹ। ਤੇ ਗੁਰੂ ਹਰਗੋਬਿੰਦ ਸਾਹਿਬ ਨਾ ਗੁਰੂ ਕੇ ਮਹਿਲ ਪ੍ਰਸ਼ਾਦਾ ਛਕ ਰਹੇ, ਮਾਤਾ ਦਮੋਦਰੀ ਜੀ ਹੱਥ ਜੋੜ ਕੇ ਖਲੋਤੇ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਦਮੋਦਰੀ ਜੀ ਸਾਈਂ ਦਾਸ ਜੀ ਬੜੀ ਖਿੱਚ ਪਾ ਰਹੇ ਨੇ ਕਹਿਣ ਲੱਗੇ, ਪਰ ਅਸੀਂ ਜਾਣਾ ਨਾਨਕ ਮੱਤੇ ਬਹੁਤ ਜ਼ਰੂਰੀ ਕਾਰਜ ਹੈ, ਉਹ ਕਰਨਾ ਹੈ। ਸਾਈਂ ਦਾਸ ਜੀ ਦਾ ਪਿਆਰ ਵੀ ਬੜਾ ਜ਼ਰੂਰੀ ਹੈ। ਮਾਤਾ ਗੰਗਾ ਜੀ ਨੂੰ ਲੈ ਕੇ ਤੁਸੀਂ ਡਰੌਲੀ ਪਹੁੰਚੋ ਤੇ ਅਸੀਂ ਤੁਹਾਡੇ ਮਗਰ ਹੀ ਆਏ, ਇਹ ਬਚਨ ਕਹਿ ਦਿੱਤਾ। ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ ਸਾਰੇ ਮਿਲ ਕੇ ਭਾਈ ਕੀ ਡਰੌਲੀ ਗਏ। ਸਾਈਂ ਦਾਸ ਜੀ ਨੂੰ ਪਤਾ ਲੱਗਾ, ਸਾਈਂ ਦਾਸ ਜੀ ਨੇ ਬੜਾ ਚਾਅ ਕੀਤਾ ਜੀ, ਪਰ ਉਹਨਾਂ ਦਾ ਮੁੱਖ ਨਿਸ਼ਾਨਾ ਇਹ ਹੈ ਵੀ ਮੇਰੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਘਰ ਵਿੱਚ ਆਉਣਾ। ਕੁਝ ਦਿਨ ਮਾਤਾ ਜੀ ਹੋਣੀ ਰਹੇ, ਉਧਰੋਂ ਫਿਰ ਨਾਨਕ ਮੱਤਾ ਸਾਹਿਬ ਤੋਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਜੀ। ਜਦੋਂ ਮਹਾਰਾਜ ਆਏ, ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਹੀ ਇੱਕ ਅਖਬਾਰ ਭੇਜ ਦਿੱਤਾ ਵੀ ਸਾਈਂ ਦਾਸ ਜੀ ਨੂੰ ਖਬਰ ਦੇ ਦਿਓ ਵੀ ਅਸੀਂ ਆ ਗਏ ਹਾਂ। ਜਦੋਂ ਸਾਈਂ ਦਾਸ ਜੀ ਨੇ ਸੁਣਿਆ, ਤੇ ਕੱਲ ਤੁਸੀਂ ਕਥਾ ਸੁਣੀ ਸੀ, ਸਾਈਂ ਦਾਸ ਜੀ ਦੀ ਖੁਸ਼ੀ ਦਾ ਅੰਤ ਹੀ ਨਹੀਂ ਰਿਹਾ ਜੀ। ਇੰਨੀ ਜ਼ਿਆਦਾ ਖੁਸ਼ੀ ਹੋਈ ਵੀ ਸੱਚੇ ਪਾਤਸ਼ਾਹ ਮਹਾਰਾਜ ਆ ਗਏ ਨੇ ਜੀ। ਕੁਝ ਨਾਲ ਲੈ ਕੇ ਨਾ ਆਪਣੇ ਸੰਗੀ ਸਾਥੀਆਂ ਨੂੰ, ਤੇ ਸਾਈਂ ਦਾਸ ਜੀ ਰਸਤੇ 'ਚ ਜਾ ਕੇ ਖਲੋ ਗਏ ਜੀ। ਨਾਲ ਥਾਲ ਭਰ ਲਿਆ ਲੱਡੂਆਂ ਦਾ, ਪ੍ਰਸ਼ਾਦ ਦਾ ਜੀ। ਰਸਤੇ 'ਚ ਖਲੋ ਗਏ। ਇਹਨਾਂ ਗੱਲਾਂ ਤੋਂ ਸਮੱਤ ਮਿਲਦੀ ਹੈ ਵੀ ਮਹਾਰਾਜ ਨੇ ਘਰ ਆਉਣਾ ਹੋਵੇ, ਰੱਬ ਦੇ ਪਿਆਰਿਆਂ ਨੇ ਘਰ ਵਿੱਚ ਆਉਣਾ ਹੋਵੇ ਤੇ ਕਿਵੇਂ ਸਤਿਕਾਰ ਕਰਨਾ ਹੈ ਜੀ। ਕੱਲ ਵੀ ਬੇਨਤੀ ਕੀਤੀ ਸੀ, ਕਈ ਕਮਰੇ 'ਚੋਂ ਹੀ ਨਹੀਂ ਬਾਹਰ ਨਿਕਲਦੇ ਜੀ। ਸਾਈਂ ਦਾਸ ਜੀ ਰਸਤੇ 'ਚ ਸੜਕ 'ਚ, ਉਸ ਸਮੇਂ ਦੀ ਜਿਹੜੀ ਸੜਕ ਜੋ ਬਣਿਆ ਸੀਗਾ, ਉੱਥੇ ਖਲੋ ਗਏ ਜੀ ਜਾ ਕੇ। ਤੇ ਜੋ ਉਹਨਾਂ ਘਰ 'ਚ ਤਿਆਰੀ ਕਰਾਈ ਗੁਰੂ ਸਾਹਿਬ ਦੇ ਆਉਣ ਦੀ, ਉਹ ਵੀ ਤੁਸੀਂ ਸੁਣੀ ਜੀ। ਅੰਦਰ ਬਾਹਰ ਸਾਰੇ ਪਾਸੇ ਸਫਾਈ ਕਰ ਦਿੱਤੀ ਵੀ ਮੇਰੇ ਸੱਚੇ ਪਾਤਸ਼ਾਹ ਨੇ ਆਉਣਾ ਹੈ ਜੀ। ਚਾਹੀਦਾ ਇਸ ਤਰ੍ਹਾਂ ਕਰਨਾ। ਫਿਰ ਫੁੱਲਾਂ ਦੇ ਹਾਰ ਮੰਗਵਾਏ ਜੀ, ਘਰ 'ਚ ਰੱਖੇ। ਭਾਈ ਸੰਤੋਖ ਸਿੰਘ ਜੀ ਸਾਈਂ ਦਾਸ ਜੀ ਦੇ ਮਨ ਦਾ ਚਾਅ ਦੱਸਦੇ, ਕਹਿੰਦੇ ਪਲੰਗਾ ਡਵਾਇਆ। ਪਲੰਗਾ ਡਵਾਉਂਦਿਆਂ ਵੀ ਬੜੇ ਖੁਸ਼ ਨੇ ਜੀ, ਬੜੇ ਖੁਸ਼ ਨੇ। ਵਿਛਾਈ ਕਰਵਾਈ ਹੈ, ਉਹਨੂੰ ਰੇਸ਼ਮ ਦੀਆਂ ਡੋਰਾਂ ਨਾਲ ਚਾਦਰ ਨੂੰ ਉੱਤੋਂ ਬੰਨਿਆ। ਬੜਾ ਹੀ ਚਾਅ। ਬੀਬੀ ਰਾਮੋ ਜੀ ਨੂੰ ਕਿਹਾ ਵੀ ਤੁਸੀਂ ਠੰਡੇ ਪਾਣੀ ਦਾ ਪ੍ਰਬੰਧ ਕਰੋ, ਤੇ ਗੁਰੂ ਸਾਹਿਬ ਪਹੁੰਚ ਰਹੇ ਨੇ। ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆ ਗਏ ਜੀ। ਦੂਰੋਂ ਹੀ ਸਾਈਂ ਦਾਸ ਜੀ ਨੇ ਵੇਖ ਲਿਆ ਵੀ ਉਹ ਧੂੜ ਉੱਡ ਰਹੀ ਹੈ, ਤੇ ਗੁਰੂ ਸਾਹਿਬ ਜੀ ਦੇ ਨਾਲ ਅਸਵਾਰ ਨੇ, ਘੋੜੇ ਹੈ, ਇਹ ਤਾਂ ਧੂੜ ਉੱਡ ਰਹੀ ਹੈ। ਜਦੋਂ ਸਾਈਂ ਦਾਸ ਜੀ ਨੇ ਧੂੜ ਉੱਡਦੀ ਵੇਖੀ ਨਾ ਜੀ, ਪ੍ਰਮੋਦ ਪੈਦਾ ਹੋਇਆ ਮਨ 'ਚ। ਪ੍ਰਮੋਦ, ਕੱਲ ਵੀ ਬੇਨਤੀ ਕੀਤੀ, ਇੱਕ ਹੁੰਦਾ ਮੋਦ, ਖੁਸ਼ੀ।
ਇੱਕ ਮੋਦ ਤੋਂ ਵੀ ਉੱਤੇ ਹੁੰਦਾ ਪ੍ਰਮੋਦ, ਬਹੁਤ ਹੀ ਖੁਸ਼ੀ ਦੀ, ਬਹੁਤ ਹੀ ਖੁਸ਼ੀ ਦੀ। ਜਦੋਂ ਦੂਰੋਂ ਧੂੜ ਦੇ ਹੀ ਦਰਸ਼ਨ ਕਰ ਲੈਣਾ ਜੀ ਉੱਡਦੀ ਦੇ, ਸਾਈਂ ਦਾਸ ਜੀ ਨੂੰ ਬਹੁਤ ਹੀ ਖੁਸ਼ੀ ਹੋਈ ਜੀ, ਬਹੁਤ ਹੀ ਖੁਸ਼ੀ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇੜੇ ਆ ਰਹੇ ਆ। ਭਾਈ ਸਾਹਿਬ ਲਿਖਦੇ ਆ, ਇੱਧਰੋਂ ਸਾਈਂ ਦਾਸ ਜੀ ਛੇਤੀ ਨਾਲ ਤੁਰ ਰਹੇ ਆ, ਉਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਛੇਤੀ ਨਾਲ ਘੋੜਾ ਮਹਾਰਾਜ ਪ੍ਰੇਰ ਰਹੇ ਆ ਘੋੜੇ ਨੂੰ। ਸਾਈਂ ਦਾਸ ਜੀ ਨੂੰ ਤੇ ਖਿੱਚ ਹੈ ਵੀ ਮੈਂ ਮਹਾਰਾਜ ਦੇ ਛੇਤੀ ਦਰਸ਼ਨ ਕਰਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪੂਰੀ ਖਿਸ਼ਟ ਹੈ ਵੀ ਸਾਈਂ ਦਾਸ ਜੀ ਨੂੰ ਛੇਤੀ ਆਪਣੇ ਨਾਲ ਮਿਲਾ ਲਗੇ ਜੀ। ਜੋ ਕੱਲ ਲਿਖੇ ਤੁਸੀਂ ਸੁਣਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇੜੇ ਹੋਏ ਜੀ। ਸਾਈਂ ਦਾਸ ਜੀ ਦੀ ਖੁਸ਼ੀ ਦਾ ਅੰਤ ਹੀ ਨਹੀਂ ਜੀ। ਦੁਨਿਆਵੀ ਰਿਸ਼ਤੇਦਾਰ ਨਹੀਂ ਇਸ ਤਰ੍ਹਾਂ ਕਰ ਸਕਦਾ ਜੀ, ਦੁਨਿਆਵੀ ਰਿਸ਼ਤੇਦਾਰ ਨਹੀਂ ਇਸ ਤਰ੍ਹਾਂ ਕਰ ਸਕਦਾ। ਸਾਈਂ ਦਾਸ ਜੀ ਦੀ ਖੁਸ਼ੀ ਦਾ ਅੰਤ ਹੀ ਕੋਈ ਨਹੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ। ਦੋਵੇਂ ਪਾਸੇ ਮਹਾਰਾਜ ਦੇ ਚਰਨ ਸਨ ਜੀ, ਅਸਵਾਰ ਤੇ ਸਨ ਨਾ ਮਹਾਰਾਜ, ਘੋੜੇ ਤੇ ਸਨ। ਇੱਕ ਚਰਨ ਦੇ ਉੱਤੇ ਸਾਈਂ ਦਾਸ ਜੀ ਨੇ ਸੀਸ ਰੱਖਿਆ ਤੇ ਖੁਸ਼ੀ ਵੀ ਹੈ ਤੇ ਵਿਰਾਗ ਵੀ ਹੈ। ਖੁਸ਼ੀ ਵਿੱਚ ਸਭ ਕੁਝ ਹੀ ਹੋਈ ਜਾਂਦਾ ਜੀ, ਮੂੰਹੋਂ ਬੋਲਿਆ ਨਾ ਜਾਵੇ ਜੀ। ਜਦੋਂ ਬੰਦਾ ਬਹੁਤ ਖੁਸ਼ ਹੁੰਦਾ ਨਾ ਸੰਗਤ ਜੀ, ਪਿਆਰ 'ਚ ਆ ਜਾਂਦਾ, ਫਿਰ ਮੂੰਹੋਂ ਨਹੀਂ ਬੋਲਿਆ ਜਾਂਦਾ ਜੀ। ਗੱਲ ਹੋ ਨਹੀਂ ਰਹੀ, ਖੁਸ਼ ਇੰਨੇ ਜ਼ਿਆਦਾ ਨੇ। ਮਹਾਰਾਜ ਜੀ ਦੇ ਚਰਨ ਤੇ ਸਿਰ ਰੱਖਿਆ, ਮਸਤਕ ਰੱਖਿਆ। ਗੁਰੂ ਜੀ ਦੇ ਚਰਨ ਦੀ ਛੋਹ ਜਦੋਂ ਪ੍ਰਾਪਤ ਹੋਈ, ਬੈਰਾਗ ਛਿੜ ਗਿਆ। ਨੇਤਰਾਂ ਦੇ ਜਲ ਦੇ ਨਾਲ ਸਤਿਗੁਰੂ ਜੀ ਦਾ ਚਰਨ ਧੋ ਦਿੱਤਾ ਜੀ। ਦੂਸਰੇ ਪਾਸੇ ਸੰਗੀ ਸਾਥੀ ਜਿਹੜੇ ਆ ਨਾ, ਉਹ ਦੂਜੇ ਪਾਸੇ ਦਾ ਜਿਹੜਾ ਮਹਾਰਾਜ ਦਾ ਚਰਨ ਹੈ ਉਹਦੇ ਤੇ ਸੀਸ ਰੱਖਦੇ ਆ, ਅੱਗੇ ਲੰਘ ਜਾਂਦੇ, ਸੀਸ ਰੱਖਦੇ ਲੰਘ ਜਾਂਦੇ। ਬੜੇ ਪ੍ਰੇਮੀ ਇੱਕ ਚਰਨ ਨੂੰ ਨਮਸਕਾਰ ਕਰ ਰਹੇ ਆ ਤੇ ਸਾਈਂ ਦਾਸ ਜੀ ਇਕੱਲੇ ਹੀ ਇੱਕ ਚਰਨ ਦੇ ਉੱਤੇ ਸਿਰ ਰੱਖ ਕੇ ਖੁਸ਼ੀ ਮਨਾਉਂਦੇ, ਚਾਅ ਮਨਾਉਂਦੇ ਤੇ ਵਿਰਾਗ ਵੀ ਕਰਨ ਦਾ ਹੈ ਜੀ। ਮਹਾਰਾਜ ਨੇ ਆਪ ਪ੍ਰੇਰ ਕੇ ਸੰਗਤ ਜੀ ਉਠਾਇਆ। ਸਾਈਂ ਦਾਸ ਜੀ ਨੇ ਬੜਾ ਹੀ ਚਾਅ ਕੀਤਾ। ਆਪ ਫਿਰ ਅੱਗੇ ਅੱਗੇ ਲੱਗ ਕੇ ਸਾਈਂ ਦਾਸ ਜੀ ਮਹਾਰਾਜ ਜੀ ਨੂੰ ਆਪਣੇ ਘਰ 'ਚ ਲੈ ਕੇ ਆਏ ਜੀ। ਆਪਣਾ ਘਰ ਕਾਹਦਾ, ਜਦੋਂ ਉਹਨਾਂ ਘਰ ਵੇਖ ਲਿਆ ਬਹੁਤ ਸੋਹਣਾ ਬਣਿਆ, ਕਹਿੰਦੇ ਮੇਰਾ ਹੈ ਹੀ ਨਹੀਂ, ਇਹ ਗੁਰੂ ਜੀ ਦਾ ਹੀ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਇੱਥੋਂ ਤੱਕ ਸੰਗਤ ਜੀ ਆਪਾਂ ਸਰਵਣ ਕੀਤਾ ਸੀ। ਮਹਾਰਾਜ ਹੌਲੀ ਹੌਲੀ ਸੱਚੇ ਪਾਤਸ਼ਾਹ ਪਿੰਡ 'ਚ ਐਂਟਰ ਹੋਏ ਜੀ, ਹੌਲੀ ਹੌਲੀ ਪਿੰਡ 'ਚ ਪ੍ਰਵੇਸ਼ ਹੋਏ ਜੀ। ਸਾਰੇ ਪਿੰਡ ਵਾਲਿਆਂ ਨੇ ਦਰਸ਼ਨ ਕੀਤੇ ਮਹਾਰਾਜ ਦੇ ਜੀ, ਸਾਰੇ ਪਿੰਡ ਵਾਲਿਆਂ ਨੇ। ਵੇਖ ਲਓ, ਇੱਕ ਦੀ ਕਮਾਈ ਕਈਆਂ ਨੂੰ ਤਾਰਦੀ ਹੈ, ਇੱਕ ਦੀ ਕਮਾਈ ਕਈਆਂ ਨੂੰ ਤਾਰ ਦਿੰਦੀ ਹੈ। ਇੱਕ ਸਾਈਂ ਦਾਸ ਜੀ ਦੇ ਮਨ ਦਾ ਪ੍ਰੇਮ, ਕਈਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਏ ਜੀ। ਤੇ ਹੋਰ ਪ੍ਰੇਮ ਨਾਲ ਸੁਣੋ, ਜੇ ਕੋਈ ਇਹ ਕਥਾ ਪ੍ਰੇਮ ਨਾਲ ਸੁਣ ਲੇ ਤੇ ਸੁਣਦਿਆਂ ਸੁਣਦਿਆਂ ਉਹਨੂੰ ਵੀ ਦਰਸ਼ਨ ਹੋਣ ਲੱਗ ਪੈਂਦੇ ਆ ਜੀ, ਉਹਨੂੰ ਵੀ ਦਰਸ਼ਨ ਹੋਣ ਲੱਗ ਪੈਂਦੇ ਆ। ਹੌਲੀ ਹੌਲੀ ਸੱਚੇ ਪਾਤਸ਼ਾਹ ਮਹਾਰਾਜ ਆਏ ਨੇ ਤੇ ਮਹਾਰਾਜ ਨਾ ਰਸਤੇ 'ਚ ਸਾਈਂ ਦਾਸ ਜੀ ਨੂੰ ਕਹਿ ਰਹੇ ਆ। ਮਹਾਰਾਜ ਕਹਿੰਦੇ ਸਾਈਂ ਦਾਸ ਜੀ ਆ ਤੇ ਪਹਿਲਾਂ ਹੀ ਜਾਣਾ ਸੀ, ਸ੍ਰੀ ਨਾਨਕ ਮੱਤਾ ਸਾਹਿਬ ਜ਼ਰੂਰੀ ਕਾਰਜ ਸੀਗਾ ਉਹ ਕਰਨਾ ਸੀ, ਤਾਂ ਦੇਰੀ ਨਾਲ ਆਏ ਆ ਤੇ ਪਹਿਲਾਂ ਹੀ ਜਾਣਾ ਸੀ। ਮਹਾਰਾਜ ਕਹਿਣ ਲੱਗੇ ਤੁਹਾਡਾ ਪ੍ਰੇਮ ਦਿਨ ਰਾਤ ਸਾਨੂੰ ਖਿੱਚਦਾ, ਕਹਿਣ ਲੱਗੇ ਦਿਨ ਰਾਤ ਖਿੱਚਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਆਏ ਆ, ਰਸਤੇ 'ਚ ਸੰਗਤਾਂ ਮਿਲ ਰਹੀਆਂ ਨੇ, ਨਮਸਕਾਰਾਂ ਕਰ ਰਹੀਆਂ ਨੇ। ਇਹ ਹੁਣ ਪ੍ਰਸੰਗ ਆਪਾਂ ਸਰਵਣ ਕਰੀਏ, ਪਿਆਰ ਨਾਲ ਗੱਜ ਕੇ ਮਹਾਰਾਜ ਜੀ ਦਾ ਨਾਮ ਲਈਏ, ਧੰਨ ਧੰਨ ਆਖੀਏ, ਨਾਲੇ ਸਤਿਗੁਰੂ ਜੀ ਦੇ ਚਰਨਾਂ ਦਾ ਧਰੀਏ ਧਿਆਨ। ਗੱਜ ਕੇ ਆਖੋ ਜੀ ਸਤਨਾਮ ਸ੍ਰੀ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਨ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਮਗ ਮੈਂ ਸਿੱਖ ਸੰਗਤ ਸਭ ਥਾਈ। ਜਦੋਂ ਮਹਾਰਾਜ ਰਸਤੇ 'ਚ ਆ ਰਹੇ ਨਾ ਗੁਰੂ ਹਰਗੋਬਿੰਦ ਸਾਹਿਬ, ਸਾਈਂ ਦਾਸ ਜੀ ਨਾਲ ਨਾਲ ਨੇ, ਤੇ ਰਸਤੇ 'ਚ ਗਲੀਆਂ 'ਚ ਬਹੁਤ ਸੰਗਤ ਖਲੋਤੀ ਹੈ ਜੀ। ਹਾਂਜੀ। ਘਰ ਘਰ ਬਿਨਤੀ ਲਿਏ ਟਿਕਾਈ। ਮਹਾਰਾਜ ਸੱਚੇ ਪਾਤਸ਼ਾਹ ਰਸਤੇ 'ਚ ਗੱਲਾਂ ਬਚਨ ਕਰਦੇ ਆ ਰਹੇ ਆ। ਮਹਾਰਾਜ ਕਹਿਣ ਲੱਗੇ ਸਾਈਂ ਦਾਸ ਜੀ ਆ ਤੇ ਤੁਹਾਡੇ ਕੋਲ ਪਹਿਲਾਂ ਹੀ ਜਾਣਾ ਸੀ, ਪਰ ਨਾਨਕ ਮੱਤਾ ਸਾਹਿਬ ਤੋਂ ਇੱਥੇ ਆਉਂਦਿਆਂ ਆਉਂਦਿਆਂ ਰਸਤੇ 'ਚ ਸਾਨੂੰ ਕਈਆਂ ਨੇ ਰੋਕ ਲਿਆ, ਕਹਿਣ ਲੱਗੇ ਤਾਂ ਸਮਾਂ ਲੱਗਾ ਥੋੜ੍ਹਾ ਵੱਧ।
ਹਾਂਜੀ ਸਭ ਹਿਨ ਮਨੋ ਕਾਮਨਾ ਪੂਰ। ਹਾਂਜੀ ਆਏ ਸੀਗਰ ਲਖੋ ਮਗ ਦੂਰ। ਮਹਾਰਾਜ ਕਹਿਣ ਲੱਗੇ ਫਿਰ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਤੇ ਦੂਰ ਦਾ ਰਸਤਾ ਛੇਤੀ ਤੈਅ ਕਰਕੇ ਤੁਹਾਡੇ ਕੋਲ ਆਏ ਆ। ਹਾਂਜੀ ਇਮ ਬੋਲਤ ਬਿਹ ਸਤ ਗੁਰਨਾਥ। ਨਾਲੇ ਇਹ ਬਚਨ ਕਰਨ ਦੇ ਤੇ ਨਾਲੇ ਖੁਸ਼ ਹੋ ਰਹੇ ਗੁਰੂ ਸਾਹਿਬ। ਸਾਈਂ ਦਾਸ ਜੀ ਸੁਣ ਖੁਸ਼ ਹੋ ਰਹੇ ਆ ਜੀ। ਹਾਂਜੀ ਸਾਈਂ ਦਾਸ ਲਿਏ ਨਿਜ ਸਾਥ। ਤੇ ਸਾਈਂ ਦਾਸ ਜੀ ਨੂੰ ਮਹਾਰਾਜ ਆਪਣੇ ਨਾਲ ਤੋਰ ਰਹੇ ਆ ਜੀ। ਹਾਂਜੀ ਗ੍ਰਾਮ ਡਰੋਲੀ ਭਏ ਪਰਵੇਸ਼। ਤੇ ਡਰੌਲੀ ਪਿੰਡ ਦੇ ਵਿੱਚ ਮਹਾਰਾਜ ਪ੍ਰਵੇਸ਼ ਹੋਏ ਜੀ। ਬਾਹਰ ਹੀ ਜਾ ਕੇ ਖਲੋ ਗਏ ਸੀ ਨਾ ਪਿੰਡ ਦੇ ਸਾਈਂ ਦਾਸ ਜੀ। ਹੁਣ ਮਹਾਰਾਜ ਫਿਰ ਡਰੌਲੀ ਪਿੰਡ ਦੇ ਵਿੱਚ ਪ੍ਰਵੇਸ਼ ਹੋਏ ਜੀ। ਹਾਂਜੀ ਆਏ ਮਿਲੇ ਤਹ ਲੋਕ ਅਸ਼ੇਸ਼। ਬਹੁਤ ਸੰਗਤਾਂ ਪਹਿਲਾਂ ਹੀ ਰਸਤੇ 'ਚ ਖਲੋਤੀਆਂ ਦਰਸ਼ਨਾਂ ਵਾਸਤੇ। ਹਾਂਜੀ ਜਥਾ ਜੋਗ ਮਿਲ ਬੋਲਨ ਕਰਕੇ। ਫਿਰ ਮਹਾਰਾਜ ਹਰ ਇੱਕ ਨੂੰ ਬੁਲਾਉਂਦੇ ਆ। ਜਥਾ ਜੋਗ ਜਿੰਨਾ ਜਿਹਦਾ ਪ੍ਰੇਮ ਹੈ ਉਸ ਹਿਸਾਬ ਨਾਲ ਬਚਨ ਕਰਦੇ ਸੱਚੇ ਪਾਤਸ਼ਾਹ। ਤੇ ਜਿਹਦੇ ਨਾਲ ਵੀ ਮਹਾਰਾਜ ਬਚਨ ਕਰ ਰਹੇ ਆ ਨਾ ਉਹਦੀ ਖੁਸ਼ੀ ਦਾ ਅੰਤ ਨਹੀਂ ਹੈਗਾ ਜੀ। ਹਾਂਜੀ ਹੈ ਟਿਕਾਏ ਦਰ ਤਰੇ ਉਤਰ ਕੇ। ਮਹਾਰਾਜ ਗਰੀਬ ਨਵਾਜ ਘੋੜੇ ਤੋਂ ਉਤਰ ਕੇ ਇੱਕ ਪਾਸੇ ਉਹਨੂੰ ਲਾ ਕੇ ਖੜਾ ਕਰਕੇ ਹਾਂਜੀ ਗਏ ਪ੍ਰਥਮ ਗੰਗਾ ਕੇ ਪਾਸੇ। ਸਭ ਤੋਂ ਪਹਿਲਾਂ ਮਹਾਰਾਜ ਕਿੱਥੇ ਗਏ ਜੀ? ਆਪਣੇ ਮਾਤਾ ਜੀ ਦੇ ਕੋਲ ਗਏ ਜੀ। ਵੇਖ ਲਓ ਮਹਾਰਾਜ ਮਰਿਆਦਾ ਪੂਰੀ ਰੱਖਦੇ ਆ ਜੀ। ਜੇ ਗੁਰੂ ਸਾਹਿਬ ਮਹਾਰਾਜ ਰੱਖਦੇ ਤਾਈਓ ਸਾਨੂੰ ਸਮਤ ਮਿਲੇਗੀ। ਸਭ ਤੋਂ ਪਹਿਲਾਂ ਮਹਾਰਾਜ ਮਾਤਾ ਗੰਗਾ ਜੀ ਦੇ ਪਾਸ ਗਏ ਜੀ। ਹਾਂਜੀ ਤਨਵਜ ਬਿਲੋਕਨ ਕੀ ਵੱਡ ਪਿਆਸੀ। ਕਿਉਂ? ਮਹਾਰਾਜ ਮਾਤਾ ਜੀ ਦੀ ਵੀ ਭਾਵਨਾ ਜਾਣਦੇ ਆ ਵੀ ਮਾਤਾ ਜੀ ਸਾਨੂੰ ਮਿਲਣ ਦੇ ਬਹੁਤ ਪਿਆਸੇ ਨੇ, ਚਾਹਵਾਨ ਨੇ। ਕਵੀ ਜੀ ਲਿਖਦੇ ਆ ਮਾਤਾ ਗੰਗਾ ਜੀ ਆਪਣੇ ਪੁੱਤਰ ਨੂੰ ਮਿਲਣ ਲਈ ਬਹੁਤੇ ਹੀ ਚਾਹਵਾਨ ਨੇ। ਹਾਂਜੀ ਸੋਨ ਆਗਵਨ ਆਨੰਦਤ ਹੋਈ। ਉਦੋਂ ਜਦੋਂ ਮਾਤਾ ਜੀ ਨੂੰ ਪਤਾ ਲੱਗਾ ਨਾ, ਮਾਤਾ ਗੰਗਾ ਜੀ ਨੂੰ ਵੀ ਸੱਚੇ ਪਾਤਸ਼ਾਹ ਮਹਾਰਾਜ ਇੱਧਰ ਹੀ ਆ ਰਹੇ ਆ, ਤੇ ਮਾਤਾ ਜੀ ਵੀ ਪੂਰੇ ਆਨੰਦ 'ਚ ਭਰ ਗਏ ਜੀ। ਮਹਾਰਾਜ ਹੈ ਹੀ ਖੁਸ਼ੀਆਂ ਵੰਡਦੇ। ਜਿੱਧਰ ਚਲੇ ਜਾਣ, ਜਿਹਦੇ ਵੱਲ ਵੇਖ ਲੈਣ, ਉਹਨੂੰ ਖੁਸ਼ੀਆਂ ਨਾਲ ਹੀ ਭਰ ਦਿੰਦੇ ਸੱਚੇ ਪਾਤਸ਼ਾਹ। ਹਾਂਜੀ ਪ੍ਰੇ ਪੁੱਤਰਾ ਥਿਰ ਦਵਾਰ ਅਲੋਈ। ਤੇ ਮਾਤਾ ਜੀ ਨਾ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਲਈ ਦਰਵਾਜ਼ੇ 'ਚ ਖਲੋਤੇ ਆ ਜੀ। ਹਾਂਜੀ ਆਗੇ ਗਏ ਦੌਰ ਬਹੁ ਪਾਸ। ਹਾਂਜੀ ਜਿਨ ਗੁਰ ਦੇਖਿਓ ਧਰੇ ਹੁਲਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਉਸ ਸਮੇਂ ਦਰਸ਼ਨ ਕੀਤੇ ਬਹੁਤੀ ਖੁਸ਼ੀ ਧਾਰਨ ਕੀਤੀ ਜੀ। ਬਹੁਤੀ ਖੁਸ਼ੀ ਧਾਰਨ ਕੀਤੀ। ਮਾਤਾ ਜੀ ਆਪਣੇ ਜਿੱਥੇ ਰਹਿائش ਹੈ ਨਾ ਉੱਥੇ ਦਰਵਾਜ਼ੇ 'ਚ ਖਲੋਤੇ ਹੋਏ ਆ। ਹਾਂਜੀ ਮਾਤਾ ਜੀ ਆਏ ਗੁਰ ਪੂਰੇ। ਹਾਂਜੀ ਸਭ ਹਿਨ ਕੀਨਸ ਦਰਸ਼ਨ ਰੂਰੇ। ਤੇ ਇੱਕ ਸਿੱਖ ਨੇ ਫਿਰ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਪੂਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆ ਗਏ ਆ ਸੱਚੇ ਪਾਤਸ਼ਾਹ। ਹਾਂਜੀ ਇਤਨੇ ਮੈਂ ਸ੍ਰੀ ਹਰਿ ਗੋਬਿੰਦ। ਅਜੇ ਉਹਨੇ ਖਬਰ ਹੀ ਦਿੱਤੀ ਹੈ, ਉਹਨੇ ਚਿਰ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਾਂਜੀ ਪਰੇ ਮਾਤ ਕੇ ਪਦ ਅਰਬਿੰਦ। ਮਹਾਰਾਜ ਆਏ ਤੇ ਧੰਨ ਸੱਚੇ ਪਾਤਸ਼ਾਹ ਜਗਤ ਗੁਰੂ ਮਾਲਕ ਆਪਣੇ ਮਾਤਾ ਜੀ ਦੇ ਚਰਨਾਂ ਤੇ ਹੱਥ ਲਾਇਆ ਸੱਚੇ ਪਾਤਸ਼ਾਹ ਜੀ ਨੇ ਜੀ। ਕਿੰਨੀ ਵੱਡੀ ਨਿਮਰਤਾ ਜੀ। ਨਾਲੇ ਸਾਨੂੰ ਮਰਿਆਦਾ ਦੱਸੀ ਜੀ। ਪੁੱਤ ਜਿੰਨੀ ਮਰਜ਼ੀ ਵੱਡੀ ਪਦਵੀ ਤੇ ਪਹੁੰਚਦੇ, ਮਾਂ ਹੀ ਆ ਜੀ। ਮਹਾਰਾਜ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਹੱਥ ਲਾਇਆ ਜੀ, ਚਰਨ ਸਪਰਸ਼ ਕੀਤੇ ਜੀ। ਹਾਂਜੀ ਭਿਖ ਸਪੂਤ ਕੋ ਅੰਕ ਲਗਾਇਵ। ਤੇ ਇਹ ਤੇ ਫਿਰ ਸਰੀਰ ਆਮ ਨਹੀਂ ਨਾ ਹੈਗੇ ਜੀ। ਮਾਤਾ ਜੀ ਨੇ ਕੀ ਕੀਤਾ ਜੀ? ਮਾਤਾ ਜੀ ਨੇ ਛੇਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਲੇ ਲਾਇਆ ਜੀ, ਪ੍ਰੇਮ ਕੀਤਾ ਜੀ। ਧਾਨੀ ਨੇ ਮਾਤਾ ਗੰਗਾ ਜੀ। ਹਾਂਜੀ ਔਰ ਆਨੰਦ ਦ੍ਰਿਗ ਜਲ ਪਰ ਆਇਵ। ਹਿਰਦੇ ਵਿੱਚ ਤੇ ਆਨੰਦ ਹੀ ਭਰ ਗਿਆ ਜੀ, ਆਨੰਦ ਭਰ ਗਿਆ ਜੀ, ਤੇ ਨੇਤਰਾਂ 'ਚ ਜਲ ਆ ਗਿਆ ਜੀ। ਹਾਂਜੀ ਮਸਤਕ ਸੂੰਗਤ ਬਰ ਮੁਖ ਹੇਰਤ। ਤੇ ਫਿਰ ਮਾਤਾ ਜੀ ਮੱਥਾ ਵੀ ਸੁੰਘਦੇ ਆ, ਪ੍ਰੇਮ ਕਰਦੇ ਆ ਸੱਚੇ ਪਾਤਸ਼ਾਹ ਜੀ ਨੂੰ ਜੀ।
ਹਾਂਜੀ। ਰਜ ਝਾਰਤ ਅੰਚਰ ਕੋ ਪ੍ਰੇਰਤ। ਤੇ ਫਿਰ ਮਾਵਾਂ ਦਾ ਲਾਡ ਤੇ ਵੱਖਰਾ ਹੀ ਹੈ ਨਾ। ਮਹਾਰਾਜ ਜੀ ਦੇ ਨਾ ਅੰਗਾਂ ਨੂੰ ਇਸ ਤਰ੍ਹਾਂ ਝਾੜਦੇ ਆ ਜੀ, ਬੜੇ ਪਿਆਰ ਨਾਲ ਮਾਤਾ ਦੀ ਸਾਰੀ ਸੇਵਾ ਕਰਦੇ ਆ। ਹਾਂਜੀ। ਕਰੇ ਪ੍ਰੇਮ ਕੋ ਕਰ ਤਨ ਫੇਰਤ। ਤੇ ਪ੍ਰੇਮ ਨਾਲ ਸਰੀਰ ਦੇ ਉੱਤੇ ਮਾਤਾ ਜੀ ਆਪਣਾ ਹੱਥ ਲਾਉਂਦੇ ਆ, ਬੜਾ ਹੀ ਪ੍ਰੇਮ ਕਰਦੇ ਆ ਜੀ। ਇਹ ਮਾਤਾ ਜੀ ਕਰ ਸਕਦੇ ਆ ਜੀ, ਮਾਤਾ ਜੀ ਕਰ ਸਕਦੇ ਆ। ਹਾਂਜੀ। ਮਾਨੋ ਬਿਰਹਾ ਕੋ ਕਸ਼ਟ ਨਬੇਰਤ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਨੇ ਮਾਤਾ ਜੀ ਨੂੰ ਵੀ ਨਿਹਾਲ ਕਰਤਾ ਜੀ, ਬਖਸ਼ਿਸ਼ ਕਰ ਦਿੱਤੀ ਜੀ। ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਦੇ ਕੋਲ ਬੈਠੇ ਰਹੇ ਜੀ। ਕਿਤਕ ਸਮੇਂ ਤਹਿ ਬੈਠੇ ਰਹੇ। ਮਾਤਾ ਜੀ ਨੂੰ ਦਰਸ਼ਨ ਦਿੱਤੇ ਜੀ। ਕੁਝ ਸਮਾਂ ਸਤਿਗੁਰੂ ਜੀ ਮਾਤਾ ਜੀ ਦੇ ਕੋਲ ਬੈਠੇ ਜੀ। ਸਾਰੀ ਵੇਖੋ ਮਰਿਆਦਾ ਮਹਾਰਾਜ ਪੂਰੀ ਰੱਖਦੇ ਆ ਜੀ। ਮਾਤਾ ਜੀ ਦਾ ਬਣਦਾ ਸਤਿਕਾਰ ਪੂਰਾ ਕੀਤਾ ਮਹਾਰਾਜ ਜੀ ਨੇ ਜੀ। ਹਾਂਜੀ। ਪੁਨ ਇਕੰਤ ਹੋਵਨ ਕੋ ਚਹੇ। ਹੁਣ ਮਹਾਰਾਜ ਗਰੀਬ ਨਵਾਜ ਇਕਾਂਤ ਹੋਣਾ ਚਾਹੁੰਦੇ ਆ ਜੀ। ਹਾਂਜੀ। ਉੱਠੇ ਗੁਰੂ ਲਖ ਸਾਈਂ ਦਾਸ। ਸੱਚੇ ਪਾਤਸ਼ਾਹ ਮਹਾਰਾਜ ਉੱਠੇ ਜੀ। ਸਾਈਂ ਦਾਸ ਜੀ ਵੀ ਉਸੇ ਵੇਲੇ ਉੱਠੇ ਜੀ। ਹਾਂਜੀ। ਬੋਲਿਓ ਹਾਥ ਜੋਰ ਹੋਏ ਪਾਸ। ਸਾਈਂ ਦਾਸ ਜੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਜੀ। ਹਾਂਜੀ। ਮੰਦਰ ਸੁੰਦਰ ਜਹਾਂ ਸੁਧਾਰਿਓ। ਜਦੋਂ ਦੇਖਿਆ ਨਾ ਸਾਈਂ ਦਾਸ ਜੀ ਨੇ ਵੀ ਮਹਾਰਾਜ ਉੱਠ ਖਲੋਤੇ ਨੇ, ਉਸੇ ਵੇਲੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਫਿਰ ਮੰਦਰ ਸੁੰਦਰ ਜਹਾਂ ਸੁਧਾਰਿਓ। ਤੁਮਹਿ ਬਸਾਵਨ ਕੋ ਪ੍ਰਣ ਧਾਰਿਓ। ਸੱਚੇ ਪਾਤਸ਼ਾਹ ਜਿਹੜਾ ਮੰਦਰ ਬਣਿਆ, ਵਧੀਆ ਸਥਾਨ ਬਣਾਇਆ ਮਹਾਰਾਜ ਆਪ ਜੀ ਲਈ, ਤੇ ਪ੍ਰਣ ਧਾਰਨ ਕੀਤਾ ਵੀ ਉਹ ਅਸਥਾਨ ਆਪ ਜੀ ਦਾ ਹੈ ਸੱਚੇ ਪਾਤਸ਼ਾਹ। ਹਾਂਜੀ। ਤਹਾਂ ਚਲੋ ਕੀਜੇ ਵਿਸਰਾਮ। ਤੇ ਮਹਾਰਾਜ ਹੁਣ ਆਪ ਕਿਰਪਾ ਕਰੋ ਤੇ ਮਹਾਰਾਜ ਉੱਥੇ ਚੱਲ ਕੇ ਵਿਸਰਾਮ ਕਰੋ। ਹੁਣ ਇੱਕ ਗੱਲ ਸੋਚੋ, ਜਿਨ੍ਹਾਂ ਧਿਆਨ ਨਾਲ ਸੁਣਿਆ, ਮਹਾਰਾਜ ਦੀ ਇਕਾਂਤ 'ਚ ਜਾਣਾ ਚਾਹੁੰਦੇ ਆ। ਸਫ਼ਰ 'ਚੋਂ ਆਏ ਆ ਸੱਚੇ ਪਾਤਸ਼ਾਹ, ਸ੍ਰੀ ਨਾਨਕ ਮੱਤਾ ਸਾਹਿਬ ਤੋਂ ਆਏ, ਰਸਤੇ 'ਚ ਕਈ ਥਾਵਾਂ ਤੇ ਚਰਨ ਪਾਏ, ਨਿਹਾਲ ਕੀਤਾ ਸੰਗਤਾਂ ਨੂੰ। ਇਕਾਂਤ 'ਚ ਜਾਣਾ ਚਾਹੁੰਦੇ ਮਹਾਰਾਜ ਕੁਝ ਸਮਾਂ। ਸਾਈਂ ਦਾਸ ਜੀ ਨੂੰ ਬੋਲ ਕੇ ਨਹੀਂ ਦੱਸਿਆ ਸੱਚੇ ਪਾਤਸ਼ਾਹ ਜੀ ਨੇ ਵੀ ਅਸੀਂ ਹੁਣ ਇਕਾਂਤ 'ਚ ਜਾਣਾ ਹੈ, ਬੋਲ ਕੇ ਨਹੀਂ ਦੱਸਿਆ। ਸਾਈਂ ਦਾਸ ਜੀ ਆਪੇ ਹੀ ਗੱਲ ਸਮਝ ਗਏ ਜੀ ਸਾਰੀ ਜੀ, ਵੀ ਮਹਾਰਾਜ ਦੂਰੋਂ ਆਏ ਆ, ਸੱਚੇ ਪਾਤਸ਼ਾਹ ਜੀ ਨੇ ਹੁਣ ਇਕਾਂਤ 'ਚ ਜਾਣਾ ਹੈ। ਤੇ ਸਾਈਂ ਦਾਸ ਜੀ ਉਹੋ ਹੀ ਬੇਨਤੀ ਕਰ ਰਹੇ ਆ। ਮਹਾਰਾਜ ਆਪ ਜੀ ਦਾ ਸਥਾਨ ਬਣਾਇਆ, ਉੱਥੇ ਬੈਠ ਕੇ ਮਹਾਰਾਜ ਹੁਣ ਆਪ ਸੁੱਖ ਲਓ। ਹਾਂਜੀ। ਕਰਹੋ ਸਫਲ ਪਾਵਨ ਸ਼ੁਭ ਧਾਮ। ਮਹਾਰਾਜ ਉਹ ਸਫਲ ਤਾਂ ਹੀ ਹੋਣਾ ਜਦੋਂ ਤੁਸੀਂ ਚਰਨ ਪਾਏ ਮਹਾਰਾਜ, ਉਹ ਤੇ ਤਾਂ ਹੀ ਸਫਲ ਹੋਣਾ। ਤੇ ਮਹਾਰਾਜ ਸਫਲ ਕਰੋ ਸੱਚੇ ਪਾਤਸ਼ਾਹ। ਹਾਂਜੀ। ਇਮ ਕਹਿ ਆਪ ਸੰਗ ਲੈ ਚੱਲਿਓ। ਸਾਈਂ ਦਾਸ ਜੀ ਆਪ ਨਾਲ ਲੈ ਕੇ ਸੱਚੇ ਪਾਤਸ਼ਾਹ ਜੀ ਨੂੰ, ਹਾਂਜੀ, ਬੂਝੀ ਕੁਸਲ ਆਨ ਜੋ ਮਿਲਿਓ। ਤੇ ਤੁਰ ਪਏ ਜੀ। ਮਹਾਰਾਜ ਤੁਰਦਿਆਂ ਤੁਰਦਿਆਂ ਕੁਸ਼ਲ ਪ੍ਰਸੰਨ ਪੁੱਛ ਰਹੇ ਆ ਜੀ। ਹਾਂਜੀ। ਸੁੰਦਰ ਸਰਬ ਸੇਜ ਮ੍ਰਿਦ ਕਰੀ। ਹਾਂਜੀ। ਰਾਮੋ ਤਹਾਂ ਪ੍ਰਤੀਖਤ ਥਿਰੀ। ਉਧਰ ਜਿਹੜਾ ਕਮਰਾ ਅਸਥਾਨ ਸਤਿਗੁਰੂ ਜੀ ਵਾਸਤੇ ਬਣਾਇਆ ਨਾ, ਬੀਬੀ ਰਾਮੋ ਜੀ ਉੱਥੇ ਖਲੋਤੇ ਮਹਾਰਾਜ ਦਾ ਇੰਤਜ਼ਾਰ ਕਰ ਰਹੇ ਆ ਜੀ। ਵੇਖੋ ਉਹ ਪਲੰਘੇ ਦੇ ਲਾਗੇ, ਜਿਹੜਾ ਪਲੰਘਾ ਬੜਾ ਹੀ ਸ਼ਿੰਗਾਰਿਆ ਸਵਾਰਿਆ, ਉਸ ਪਲੰਘੇ ਦੇ ਲਾਗੇ ਖਲੋਤੇ ਮਹਾਰਾਜ ਦਾ ਪਹਿਲਾਂ ਹੀ ਇੰਤਜ਼ਾਰ ਕਰ ਰਹੇ, ਉਡੀਕ ਕਰ ਰਹੇ ਨੇ। ਹਾਂਜੀ। ਪਰ ਵਿਸੈ ਦਵਾਰ ਦੌਰ ਕਰ ਆਈ। ਜਦੋਂ ਮਹਾਰਾਜ ਆਏ ਨਾ ਸੱਚੇ ਪਾਤਸ਼ਾਹ ਉਸ ਦਵਾਰ ਦੇ ਅੰਦਰ, ਤੇ ਬੀਬੀ ਰਾਮੋ ਜੀ ਛੇਤੀ ਨਾਲ ਦੌੜ ਕੇ ਅੱਗੇ ਹੋਏ ਜੀ। ਹਾਂਜੀ। ਕੋਮਲ ਪਗ ਪੰਕਜ ਲਪਟਾਈ। ਕੋਈ ਸੰਗ ਸ਼ਰਮ ਨਹੀਂ ਕੀਤੀ ਜੀ। ਬੀਬੀ ਰਾਮੋ ਜੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਆ ਜੀ। ਭਾਗਾਂ ਵਾਲੇ ਨੇ ਜੀ ਇਹ ਸਾਰੇ। ਛੇਤੀ ਤੇ ਮੌਕਾ ਹੀ ਨਹੀਂ ਮਿਲਦਾ ਗੁਰੂ ਸਾਹਿਬ ਦੇ ਚਰਨਾਂ ਨੂੰ ਹੱਥ ਲਾਉਣ ਦਾ ਜੀ। ਹਾਂਜੀ। ਕਰੀ ਆਜ ਕੀ ਸ਼ੁਭ ਮੈਂ ਧੰਨ। ਤੇ ਬੀਬੀ ਰਾਮੋ ਜੀ ਕਹਿ ਰਹੇ, ਮਹਾਰਾਜ ਅੱਜ ਦੀ ਘੜੀ ਧੰਨ ਹੈ ਮਹਾਰਾਜ, ਬੜੀ ਘੜੀ ਸ਼ੁਭ ਹੈ, ਤੇ ਮੈਂ ਆਪ ਜੀ ਦੇ ਦਰਸ਼ਨ ਕਰਕੇ ਧੰਨ ਹੋ ਗਈ ਮਹਾਰਾਜ। ਗੱਲ ਤੇ ਪਿਆਰ ਦੇ ਬੋਲਾਂ ਦੀ ਹੈ।
ਹਾਂਜੀ, ਜਿਸ ਪਰ ਸਤਿਗੁਰ ਭਏ ਪ੍ਰਸੰਨ। ਅੱਜ ਦੀ ਘੜੀ ਸ਼ੁਭ ਹੈ, ਮਹਾਰਾਜ ਆਪ ਖੁਸ਼ ਹੋ ਕੇ ਮਹਾਰਾਜ ਆਏ ਹੋ, ਦਰਸ਼ਨ ਦਿੱਤੇ ਹੈ। ਅੱਜ ਦੀ ਘੜੀ ਸ਼ੁਭ ਹੈ। ਤੇ ਸੰਗਤ ਜੀ, ਆਪਾਂ ਮਹਾਰਾਜ ਜੀ ਦੀ ਹਾਜ਼ਰੀ 'ਚ ਬੈਠੇ ਆ, ਗੁਰੂ ਜੀ ਦੀ ਕਥਾ ਸੁਣ ਰਹੇ ਆ। ਇਹ ਵੀ ਤਾਂ ਘੜੀ ਜਿਹੜੀ ਹੈ ਸ਼ੁਭ ਹੈ ਜੀ। ਹਾਂਜੀ ਸਦਨ ਆਨ ਕੇ ਚਰਨ ਦਿਖਾਏ। ਹਾਂਜੀ, ਆਪਣੇ ਜਨ ਜਾਣੇ ਮਨ ਭਾਏ। ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ, ਆ ਕੇ ਘਰ ਆ ਕੇ ਇੱਥੇ ਦਰਸ਼ਨ ਦਿੱਤੇ, ਸਾਨੂੰ ਆਪਣਾ ਸਮਝਿਆ। ਗੱਲ ਤੇ ਇੰਨੀ ਹੈਗੀ ਹੈ ਜੀ, ਜਿਹਨੂੰ ਆਪਣਾ ਸਮਝ ਲਿਆ ਜੀ, ਆਪਣਾ ਸਮਝ ਲਿਆ। ਮਹਾਰਾਜ ਤੁਸੀਂ ਸਾਨੂੰ ਆਪਣਾ ਸਮਝਿਆ, ਸੱਚੇ ਪਾਤਸ਼ਾਹ ਆਪ ਆ ਕੇ ਦਰਸ਼ਨ ਦਿੱਤੇ। ਹਾਂਜੀ, ਕਹੋ ਰਾਮੋ ਤੂੰ ਹੈ ਸੁਖ ਸਾਥ। ਤੇ ਮਹਾਰਾਜ ਅੱਗੋਂ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ? ਮਹਾਰਾਜ ਕਹਿੰਦੇ ਰਾਮੋ ਜੀ ਤੁਸੀਂ ਠੀਕ ਹੋ? ਮਹਾਰਾਜ ਕਹਿਣ ਲੱਗੇ ਹਾਂਜੀ। ਪ੍ਰੇਮੀ ਭਗਤ ਸਿੱਖ ਤੁਵਨਾਥ। ਤੇ ਮਹਾਰਾਜ ਸਾਈਂ ਦਾਸ ਜੀ ਦੀ ਸਿਫਤ ਕਰਦੇ। ਮਹਾਰਾਜ ਕਹਿੰਦੇ ਰਾਮੋ ਜੀ ਤੁਹਾਡੇ ਨਾਥ ਮਾਲਕ ਪਤੀ ਬੜੇ ਪ੍ਰੇਮੀ ਨੇ। ਕਹਿਣ ਲੱਗੇ ਵੇਖ ਲਓ ਪ੍ਰੇਮੀ ਦੀ ਸਿਫਤ ਹੋਏਗੀ ਜੀ। ਗੁਰੂ ਸਾਹਿਬ ਆਪ ਸਿਫਤ ਕਰਦੇ ਆ ਤੇ ਆਪਾਂ ਅਰਦਾਸ ਕਰਨੀ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਵੀ ਪ੍ਰੇਮ ਦੀ ਦਾਤ ਬਖਸ਼ੋ। ਹਾਂਜੀ, ਪ੍ਰੀਤ ਦਾਮ ਤੇ ਐਂਚ ਮੰਗਾਏ। ਤੇ ਮਹਾਰਾਜ ਬੀਬੀ ਰਾਮੋ ਜੀ ਨੂੰ ਪਤਾ ਕੀ ਕਹਿਣ ਲੱਗੇ? ਮਹਾਰਾਜ ਕਹਿਣ ਲੱਗੇ ਤੁਹਾਡੇ ਪਤੀ ਜੀ ਬਹੁਤੇ ਹੀ ਪ੍ਰੇਮੀ ਨੇ, ਪਿਆਰ ਦੀ ਰੱਸੀ ਨਾਲ ਸਾਨੂੰ ਖਿੱਚ ਹੀ ਲਿਆਏ। ਕਹਿਣ ਲੱਗੇ ਖਿੱਚ ਲੈ ਕੇ, ਮਹਾਰਾਜ ਕਹਿੰਦੇ ਖਿੱਚ ਕੇ ਲੈ ਕੇ ਆਏ। ਹਾਂਜੀ, ਕੇਵਲ ਇਸ ਘਰ ਕੇ ਹਿਤ ਆਏ। ਮਹਾਰਾਜ ਕਹਿੰਦੇ ਕੇਵਲ ਇਸ ਘਰ ਵਾਸਤੇ ਆਏ ਆ ਇੱਥੇ ਅਸੀਂ। ਕਹਿਣ ਲੱਗੇ ਉਹਨਾਂ ਪ੍ਰੇਮ ਕੀਤਾ, ਘਰ ਬਣਾਇਆ, ਕੇਵਲ ਇਹਦੇ ਵਾਸਤੇ ਆਏ ਆ, ਖਿੱਚ ਲਿਆ ਸਾਨੂੰ ਜੀ। ਹਾਂਜੀ, ਇਮ ਬੋਲਤ ਸੋ ਪਰਅੰਕ ਬਰਾਜੇ। ਇਹ ਬਚਨ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਪਲੰਘੇ ਤੇ ਸੱਜ ਗਏ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ, ਜਿਨ ਕੇ ਸਿਮਰਨ ਤੇ ਅਗ ਭਾਜੇ। ਜਿਨ੍ਹਾਂ ਨੂੰ ਯਾਦ ਕੀਤਿਆਂ, ਜਿਨ੍ਹਾਂ ਸਤਿਗੁਰਾਂ ਦਾ ਨਾਮ ਲਿਆ, ਬੰਦੇ ਦੇ ਪਾਪ ਭੱਜ ਹੀ ਜਾਂਦੇ ਨੇ ਜੀ। ਪਿਆਰ ਨਾਲ ਗੱਜ ਕੇ ਸਾਰੇ ਹੀ ਕਹੀਏ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਐ ਗੱਜ ਕੇ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਨ੍ਹਾਂ ਸਤਿਗੁਰਾਂ ਨੂੰ ਯਾਦ ਕੀਤਿਆਂ, ਮਹਾਰਾਜ ਜੀ ਦਾ ਨਾਮ ਲਿਆ, ਬੰਦੇ ਦੇ ਪਾਪ ਜਿਹੜੇ ਉਹ ਭੱਜ ਹੀ ਜਾਂਦੇ ਆ ਜੀ, ਨਾਸ ਹੀ ਹੋ ਜਾਂਦੇ ਆ। ਹਾਂਜੀ, ਤਬ ਰਾਮੋ ਪਿਖ ਤੂਰਨ ਤਰਨੀ। ਹਾਂਜੀ, ਲੈ ਕਰ ਸੰਗ ਆਈ ਗੁਰ ਕਰਨੀ। ਤੇ ਬੀਬੀ ਰਾਮੋ ਜੀ ਉਸੇ ਵੇਲੇ ਹੀ ਮਹਾਰਾਜ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਨੂੰ ਵੀ ਲੈ ਕੇ ਆਏ ਜੀ ਉੱਥੇ ਜੀ। ਹਾਂਜੀ, ਦੋਨੋਂ ਹਾਥ ਜੋੜ ਕਰ ਬੰਦਤ। ਪਤ ਕੋ ਦਰਸ਼ਨ ਕਰ ਅਬਨੰਦਤ। ਤੇ ਮਾਤਾ ਦਮੋਦਰੀ ਜੀ ਨੇ ਜਦੋਂ ਆਪਣੇ ਸਾਈਂ, ਆਪਣੇ ਮਾਲਕ ਪਤੀ ਪਰਮੇਸ਼ਰ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦੋਵੇਂ ਹੱਥ ਵੀ ਜੋੜੇ, ਚਰਨਾਂ ਤੇ ਸਿਰ ਰੱਖ ਕੇ ਵੀ ਮੱਥਾ ਟੇਕਿਆ ਜੀ। ਹਾਂਜੀ, ਕੁਸਲ ਬੂਝ ਕਰ ਧੀਰਜ ਦੀਨ। ਮਹਾਰਾਜ ਨੇ ਉਹਨਾਂ ਨੂੰ ਵੀ ਕੁਸ਼ਲ ਪ੍ਰਸੰਨ ਪੁੱਛੀ ਜੀ। ਹੁਣ ਵੇਖੋ ਮਰਿਆਦਾ, ਸਭ ਤੋਂ ਪਹਿਲਾਂ ਮਾਤਾ ਜੀ ਕੋਲ ਗਏ ਜੀ, ਫਿਰ ਆਪਣੇ ਅਸਥਾਨ ਤੇ ਆਏ ਤੇ ਰਾਮੋ ਜੀ ਨੂੰ ਮਿਲੇ ਜੀ, ਉਹਨਾਂ ਨੂੰ ਦਰਸ਼ਨ ਦਿੱਤੇ ਜੀ, ਤੇ ਫਿਰ ਮਾਤਾ ਦਮੋਦਰੀ ਜੀ ਦੀ ਵਾਰੀ ਆਈ ਜੀ। ਇਹਦਾ ਮਤਲਬ ਪਰਿਵਾਰ ਮਗਰ ਪਹਿਲਾਂ ਸੰਗਤਾਂ ਨੂੰ ਮਹਾਰਾਜ ਨੇ ਰੱਖਿਆ ਜੀ। ਹਾਂਜੀ, ਪੁਨ ਆਹਾਰ ਕੀ ਤਿਆਰੀ ਕੀਨ। ਬਸ ਫਿਰ ਕੀ ਸੀਗਾ ਜੀ, ਫਿਰ ਪ੍ਰਸ਼ਾਦੇ ਦੀ ਤਿਆਰੀ ਹੋ ਗਈ ਜੀ। ਹਾਂਜੀ, ਅਨਕ ਪ੍ਰਕਾਰ ਮధుਰ ਕਰ ਧਰੇ। ਤੇ ਬੀਬੀ ਰਾਮੋ ਜੀ ਨੇ ਤੇ ਹੋਰ ਸੰਗਤਾਂ ਨੇ ਰਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਅਨੇਕ ਤਰ੍ਹਾਂ ਦਾ ਭੋਜਨ ਬਣਾਇਆ ਜੀ। ਮਿੱਠਾ, ਲੂਣਾ, ਇਹ ਤੇ ਪਿਆਰ ਦੀ ਖੇਡ ਹੈ ਜੀ। ਸਾਰੀ ਖੇਡ ਹੀ ਪਿਆਰ ਦੀ ਹੈ। ਲੰਗਰ ਬਣਾਉਣਾ, ਛਕਾਉਣਾ, ਇਹ ਸਭ ਤਾਂ ਰਸਦਾਇਕ ਹੁੰਦਾ, ਫਲਦਾਇਕ ਹੁੰਦਾ ਜੇ ਅੰਦਰ ਪ੍ਰੇਮ ਹੋਵੇ ਜੀ। ਹਾਂਜੀ, ਤੁਰਸ ਸਲਵਨ ਸਵਾਦ ਸੋ ਭਰੇ। ਮਿੱਠਾ, ਲੂਣਾ, ਬੜੇ ਤਰ੍ਹਾਂ ਦਾ ਭੋਜਨ ਬਣਾਇਆ, ਜਿਹੜਾ ਹੈ ਵੀ ਬੜਾ ਸਵਾਦ ਹੈ ਸਾਰਾ ਜੀ। ਪ੍ਰਸ਼ਾਦਾ ਤੇ ਉਹੀ ਹੈ ਨਾ ਜੇ ਸਵਾਦ ਹੋਵੇ ਜੀ। ਹਾਂਜੀ, ਰਾਮੋ ਨਿਜ ਕਰ ਸਿਉ ਗੁਰ ਕਾਰਨ। ਹਾਂਜੀ,
ਭਾਂਤ ਭਾਂਤ ਕੇ ਰਚੇ ਆਹਾਰਨ। ਬੇਬੇ ਰਾਮੋ ਜੀ ਨੇ ਉਚੇਚਾ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਕਈ ਤਰ੍ਹਾਂ ਦਾ ਭੋਜਨ ਬਣਾਇਆ ਜੀ, ਕਈ ਤਰ੍ਹਾਂ ਦਾ। ਤੇ ਤੁਸੀਂ ਹਿਸਾਬ ਲਾ ਲਓ ਵੀ ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਤਾਂ ਦਾਲ ਵੀ ਮਸਾਂ ਹੀ ਬਣਦੀ ਹੈ ਜੀ, ਉੱਥੇ ਤਾਂ ਦਾਲ ਵੀ ਮਸਾਂ ਹੀ ਬਣਦੀ ਹੈ। ਤੇ ਜਿੱਥੇ ਪ੍ਰੇਮ ਹੁੰਦਾ ਨਾ ਜੀ ਉੱਥੇ ਕਈ ਕੁਝ ਵੀ ਬਣਾ ਕੇ ਬੰਦਾ ਥੱਕਦਾ ਨਹੀਂ, ਤੇ ਜੀ ਕਰਦਾ ਹੋਰ ਬਣਾ ਲਈਏ, ਹੋਰ ਬਣਾ ਲਈਏ, ਹੋਰ ਬਣਾ ਲਈਏ। ਬੀਬੀ ਰਾਮੋ ਜੀ ਨੇ ਆਪ ਬਣਾਇਆ ਸਾਰਾ ਕੁਝ ਜੀ। ਹਾਂਜੀ, ਥਾਰ ਪਰੋਸਿਓ ਪ੍ਰੇਮ ਸਿਓ ਕਰ ਕਰ। ਇਹ ਸਾਰਾ ਕੁਝ ਕਰਦਿਆਂ ਪ੍ਰੇਮ ਵੀ ਚਾਹੀਦਾ ਜੀ, ਅੰਦਰ ਚਾਅ ਚਾਹੀਦਾ ਜੀ। ਥਾਲੇ 'ਚ ਪਾਇਆ, ਪਰੋਸਿਆ ਜੀ ਥਾਲਾ। ਇਹ ਸਾਰਾ ਕੁਝ ਕਰਦਿਆਂ ਪ੍ਰੇਮ ਬੜਾ ਭਰਿਆ ਜੀ ਅੰਦਰ ਜੀ। ਹਾਂਜੀ, ਪ੍ਰਿਥਕ ਪ੍ਰਿਥਕ ਸਭ ਰਸ ਕੋ ਧਰ ਧਰ। ਵੱਖ-ਵੱਖ ਚੀਜ਼ਾਂ ਵੱਖ-ਵੱਖ ਰਸਾਂ ਦੀਆਂ ਰਕਸੀਆਂ ਜੀ, ਖੱਟੀ ਮਿੱਠੀ, ਲੂਣੀ ਮਿੱਠੀ, ਸਾਰੀਆਂ ਚੀਜ਼ਾਂ ਥਾਲ 'ਚ ਸਜਾਈਆਂ। ਤੇ ਇਹ ਕਾਰਜ ਕਰਦਿਆਂ ਪਿਆਰ ਬੜਾ ਜੀ ਮਨ ਵਿੱਚ ਜੀ। ਹਾਂਜੀ, ਲੈ ਕਰ ਗਈ ਆਪ ਹਰਖੰਤੇ। ਤੇ ਆਪ ਖੁਸ਼ ਹੋ ਕੇ ਹੱਥ 'ਚ ਥਾਲ ਫੜਿਆ ਤੇ ਸਤਿਗੁਰੂ ਜੀ ਵੱਲ ਲੈ ਕੇ ਆ ਰਹੇ ਜੀ। ਹਾਂਜੀ, ਆਪਨ ਸਰੀਰ ਆਮੋਗ ਕਰੰਤੇ। ਤੇ ਬੇਬੇ ਰਾਮੋ ਜੀ ਪਤਾ ਕੀ ਮਨ 'ਚ ਭਾਵਨਾ ਰੱਖਦੇ, ਮਹਾਰਾਜ ਜੀ ਦੀ ਸੇਵਾ ਦਾ ਅੱਜ ਮੌਕਾ ਮਿਲਿਆ, ਮੇਰਾ ਸਰੀਰ ਹੀ ਸਫਲਾ ਹੋ ਗਿਆ ਸਾਰਾ। ਇਹ ਭਾਵਨਾ ਰੱਖਣੀ ਹੈ। ਜਦੋਂ ਇਹ ਭਾਵਨਾ ਹੋਏਗੀ ਨਾ ਫਿਰ ਨਹੀਂ ਬੰਦਾ ਸੇਵਾ ਕਰਦਾ ਥੱਕਦਾ ਜੀ। ਤੇ ਜਦੋਂ ਇਹ ਭਾਵਨਾ ਨਹੀਂ ਹੈ ਫਿਰ ਥੱਕ ਜਾਂਦਾ ਬੰਦਾ ਜੀ। ਹਾਂਜੀ, ਸਾਈਂ ਦਾਸ ਸੰਗ ਜਿਹ ਸਾਈਂ, ਜਲ ਸੀਤਲ ਨਿਜ ਹਾਥ ਉਚਾਈ। ਤੇ ਸਾਈਂ ਦਾਸ ਜੀ ਨੇ ਪਤਾ ਕੀ ਕੀਤਾ ਜੀ, ਆਪਣੇ ਹੱਥ 'ਚ ਠੰਡਾ ਜਲ ਫੜਿਆ ਹੋਇਆ ਜੀ, ਬੜੀ ਮਿਹਨਤ ਨਾਲ ਠੰਡਾ ਕੀਤਾ ਜੀ ਉਹਨੂੰ ਜੀ। ਹਾਂਜੀ, ਆਨ ਥਾਰ ਕੋ ਧਰਿਓ ਅਗਾਰੀ। ਵੱਡਾ ਥਾਲਾ ਸਜਾਇਆ, ਕਈ ਤਰ੍ਹਾਂ ਦੇ ਪਦਾਰਥ ਹੈ, ਬੀਬੀ ਰਾਮੋ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਜੀ। ਹਾਂਜੀ, ਪਿਖਤ ਨਾ ਤ੍ਰਿਪਤ ਪ੍ਰੀਤ ਉਦਾਰੀ। ਹਾਂਜੀ, ਪਤ ਬਿਜਨਾ ਗਹਿ ਹਾਂਕਤ ਬਾਉ। ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਤੇ ਦਰਸ਼ਨ ਕਰ ਕਰ ਰੱਜਣ ਹੀ ਨਹੀਂ ਲਏ ਜੀ। ਪ੍ਰੇਮ ਤੇ ਫਿਰ ਇਹੋ ਹੀ ਹੈ ਜੀ। ਥਾਲਾ ਅੱਗੇ ਰੱਖਤਾ, ਆਪ ਹੱਥ ਜੋੜ ਕੇ ਖਲੋ ਗਏ ਜੀ। ਫਿਰ ਪਤ ਬਿਜਨਾ ਗਹਿ ਹਾਂਕਤ ਬਾਯੂ। ਸਾਈਂ ਦਾਸ ਜੀ ਆਪ ਪੱਖਾ ਲੈ ਕੇ ਮਹਾਰਾਜ ਨੂੰ ਚੱਲ ਰਹੇ ਹੈ ਜੀ। ਹਾਂਜੀ, ਮੰਦ ਮੰਦ ਗੁਰ ਦੇਹ ਲਗਾਉ। ਤੇ ਹਵਾ ਵੀ ਜਿਹੜੀ ਦੇ ਰਹੇ ਨਾ, ਉਹ ਹਵਾ ਚੱਲ ਰਹੇ ਜਿਹੜੀ, ਉਹ ਵੀ ਬੜੇ ਤਰੀਕੇ ਨਾਲ ਚੱਲ ਰਹੇ ਹੈ। ਸੇਵਾ ਦਾ ਵੀ ਫਿਰ ਤਰੀਕਾ ਹੁੰਦਾ ਨਾ ਜੀ, ਹੌਲੀ ਹੌਲੀ। ਇਹ ਵੀ ਨਹੀਂ ਇੰਨੀ ਤੇਜ਼ ਹਵਾ ਵੀ ਪ੍ਰਸ਼ਾਦਾ ਹੀ ਠੰਡਾ ਹੋ ਜਾਏ ਜੀ, ਇਹ ਵੀ ਨਹੀਂ ਕੀਤਾ ਜੀ। ਜਿਹੜੀ ਮਹਾਰਾਜ ਜੀ ਦੇ ਸਰੀਰ ਨੂੰ ਲੱਗੇ, ਹੌਲੀ ਹੌਲੀ ਹਵਾ ਚੱਲ ਰਹੀ ਜੀ, ਬੜੇ ਪ੍ਰੇਮ ਨਾਲ ਜੀ। ਹਾਂਜੀ, ਤ੍ਰਿਆ ਹਾਥ ਮੈਂ ਧਰੇ ਰੁਮਾਲ। ਹਾਂਜੀ, ਫੇਰ ਥਾਰ ਪਰ ਥਿਰ ਤਿਸ ਕਾਲ। ਤੇ ਸਾਧ ਸੰਗਤ ਜੀ ਬੀਬੀ ਰਾਮੋ ਜੀ ਨੇ ਰੁਮਾਲ ਫੜਿਆ ਹੋਇਆ ਜੀ ਹੱਥ 'ਚ, ਉਹ ਥਾਲ ਤੇ ਫੇਰਦੇ ਬੜੇ ਪ੍ਰੇਮ ਨਾਲ। ਹਾਂਜੀ, ਇਮ ਦੰਪਤ ਔਰ ਭਾਉ ਸੋ ਧਰ ਧਰ। ਇਸ ਤਰੀਕੇ ਨਾਲ ਦੋਵੇਂ ਬੀਬੀ ਰਾਮੋ ਜੀ ਤੇ ਬਾਬਾ ਸਾਈਂ ਦਾਸ ਜੀ, ਜਿਨ੍ਹਾਂ ਦਾ ਨਾਮ ਹੀ ਸਾਈਂ ਦਾਸ ਹੈ, ਹੈਗੇ ਵੀ ਦਾਸ ਹੀ ਹੈ ਜੀ। ਉਹ ਕਦੀ ਮਾਲਕ ਬਣੇ ਹੀ ਨਹੀਂ ਜੀ, ਦਾਸ ਹੀ ਬਣ ਕੇ ਰਹੇ ਜੀ। ਦੋਵੇਂ ਹੀ ਬਹੁਤਾ ਹੀ ਪ੍ਰੇਮ ਧਾਰ ਕੇ ਸੇਵਾ 'ਚ ਲੱਗੇ ਨੇ ਜੀ। ਹਾਂਜੀ, ਅਚਵਾਵਤ ਭੋਜਨ ਹਿਤ ਕਰ ਕਰ। ਤੇ ਹਿਤ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਆ ਜੀ। ਤੇ ਇੱਥੇ ਹੁਣ ਸੰਗਤ ਜੀ ਮਹਾਰਾਜ ਪ੍ਰਸ਼ਾਦਾ ਛਕ ਰਹੇ ਆ, ਅੱਗੋਂ ਫਿਰ ਆਪਾਂ ਕੱਲ ਸੁਣਾਂਗੇ ਜੀ। ਗੁਰੂ ਸਾਹਿਬ ਜੀ ਨੇ ਇਹਨਾਂ ਤੇ ਪ੍ਰਸੰਨ ਹੋ ਕੇ ਨਾ ਆ ਸਾਰਾ ਕੁਝ ਵੇਖ ਕੇ, ਜੋ ਆਪ ਜੀ ਨੇ ਸੁਣਿਆ, ਪ੍ਰੇਮ ਵੇਖ ਕੇ, ਚਾਉ ਵੇਖ ਕੇ, ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਬੜੇ ਵਰ ਦੇਣੇ ਜੀ ਇਹਨਾਂ ਨੂੰ ਜੀ, ਬੜੇ ਵਰ ਦੇਣੇ ਜੀ, ਬੜੀਆਂ ਬਖਸ਼ਿਸ਼ਾਂ ਕਰਨੀਆਂ ਸੱਚੇ ਪਾਤਸ਼ਾਹ ਜੀ ਨੇ ਜੀ। ਉਹ ਸੰਗਤ ਜੀ ਆਪਾਂ ਕੱਲ ਨੂੰ ਪ੍ਰਸੰਗ ਸਰਵਣ ਕਰਾਂਗੇ। ਹੁਣ ਅਤੀ ਸਤਿਕਾਰਯੋਗ ਬਾਬਾ ਜੀ ਨੇ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ, ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸਾਧ ਸੰਗਤ, ਸਤਿਗੁਰੂ ਜੀ, ਬਾਬਾ ਜੀ, ਸਾਰੇ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।